ਸਤਿ ਸ਼੍ਰੀ ਅਕਾਲ ਨਮਸਕਾਰ ਯੂ ਆਰ ਵਾਚਿੰਗ FYI ਮੀਡੀਆ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਕੋਵਿਡ-19 ਦੇ ਕਰਕੇ ਹਰ ਕੋਈ ਕਹਿ ਰਿਹਾ ਆਪਣੀ ਸਿਹਤ ਦਾ ਧਿਆਨ ਰੱਖੋ ਘਰ ਦੇ ਵਿੱਚ ਰਹੋ ਤੇ ਆਪਣੇ ਆਪ ਨੂੰ ਫਿੱਟ ਰੱਖੋ ਤੰਦਰੁਸਤ ਰੱਖੋ ਪਰ ਅਸੀਂ ਕਦੇ ਸੋਚਿਆ ਕਿ ਫਿਜ਼ੀਕਲ ਹੈਲਥ ਦੇ ਨਾਲ ਓਰਲ ਹੈਲਥ ਸਾਡੀ ਕਿੰਨੀ ਜ਼ਰੂਰੀ ਹੈਗੀ ਹੈ ਸੋ ਬਹੁਤ ਸਾਰੇ ਡੈਂਟਿਸਟ ਨੇ ਜੋ ਕਹਿ ਰਹੇ ਨੇ ਕਿ ਸਾਨੂੰ ਆਪਣੀ ਓਰਲ ਹੈਲਥ ਦਾ ਧਿਆਨ ਰੱਖਣਾ ਚਾਹੀਦਾ ਹੈ ਟਾਈਮ ਟੂ ਟਾਈਮ ਰੈਗੂਲਰਲੀ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਹੈ ਪਰ ਕਿੰਨੀ ਕਿ ਜ਼ਿਆਦਾ ਰੈਗੂਲਰ ਸਾਨੂੰ ਜਾਣਾ ਚਾਹੀਦਾ ਕਦੋਂ ਡਾਕਟਰਸ ਕੋਲ ਜਾਣਾ ਚਾਹੀਦਾ ਕੀ ਉਹਨਾਂ ਦੀਆਂ ਐਡਵਾਈਸ ਲੈਣੀਆਂ ਚਾਹੀਦੀਆਂ ਕਿਵੇਂ ਅਸੀਂ ਆਪਣੀ ਓਰਲ ਹੈਲਥ ਨੂੰ ਹੈਲਥੀ ਰੱਖ ਸਕਦੇ ਹਾਂ ਸੋ ਇਹ ਸਾਰੇ ਕੁਐਸਚਨਸ ਦੇ ਆਨਸਰਸ ਦੇ ਲਈ ਅੱਜ ਮੇਰੇ ਨਾਲ ਪਹੁੰਚੇ ਹੋਏ ਨੇ ਵਾਟਰਲੂ ਓਨਟਾਰੀਓ ਤੋਂ ਡਾਕਟਰ ਨੇ ਡੈਂਟਿਸਟ ਨੇ ਡਾਕਟਰ ਉਪਮਨ ਨਰੂਲਾ ਲੈਟਸ ਵੈਲਕਮ ਹਰ ਐਂਡ ਦੈਨ ਵੀ ਵਿਲ ਟੇਕ ਕੁਐਸਚਨਸ ਤੇ ਉਹਨਾਂ ਤੋਂ ਪੁੱਛਾਂਗੇ ਕਿ ਕਿਹੜੇ ਸਾਨੂੰ ਉਪਾਅ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਆਪਣੇ ਦੰਦਾਂ ਨੂੰ ਵਧੀਆ ਰੱਖ ਸਕੀਏ ਸੋ ਡਾਕਟਰ ਨਰੂਲਾ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ FY ਮੀਡੀਆ ਦੇ ਦਰਸ਼ਕਾਂ ਨੂੰ Dr. Nurullah, how are you doing? Because it's a quarantine period going on. Yeah. How are you doing at home now? I think I'm enjoying at home. We never got such time, right? That we are all free and cooking and spending time with my husband and my family. So I'm enjoying this me time. Which, Are you doing virtual conferences with your patients and stuff? Yes. How's it going? It's going okay. But of course, it's not as you go and treat them in the clinic, but it's just the emergencies we can take care of by teledentistry or over the phone or over Skype or just can give the emergency advices. That's all. ਬਿਕਾਜ਼ ਡੈਂਟਿਸਟ ਇੱਕ ਅਜਿਹਾ ਪਾਰਟ ਹੈਗਾ ਹੈ ਜਦੋਂ ਅਸੀਂ ਡਾਕਟਰ ਦੇ ਕੋਲ ਜਾਣਾ ਹੈ ਸੋ ਤੁਹਾਨੂੰ ਨੇੜੇ ਹੋ ਕੇ ਉਹਨਾਂ ਨੂੰ ਚੈੱਕ ਕਰਨਾ ਪੈਣਾ ਟ੍ਰੀਟ ਕਰਨਾ ਪੈਣਾ ਹੈਗਾ ਆ ਸੋ ਇਹ ਥੋੜਾ ਜਿਹਾ ਇਸੈਂਸ਼ੀਅਲ ਵਰਕ ਦੇ ਵਿੱਚ ਵੀ ਆ ਜਾਂਦਾ ਹੈਗਾ ਆ ਸੋ ਇੱਥੇ ਤੁਹਾਡੇ ਪ੍ਰੋਵਿੰਸ ਦੇ ਵਿੱਚ ਕੀ ਹੁਣ ਸਟਾਰਟ ਹੋ ਗਿਆ ਬਿਜ਼ਨਸ ਰੀਓਪਨ ਹੋ ਗਿਆ ਹੈਗਾ ਆ ਸੋ ਕੀ ਸਿਚੁਏਸ਼ਨ ਹੈਗੀ ਹੈ ਨਹੀਂ ਸੋ ਇਨ ਓਨਟਾਰੀਓ ਹਲੇ ਪੂਰੀ ਤਰ੍ਹਾਂ ਓਪਨ ਨਹੀਂ ਹੋਇਆ ਵੀ ਆਰ ਜਸਟ ਓਪਨ ਟੂ ਐਮਰਜੈਂਸੀ ਐਂਡ ਅਰਜੈਂਟ ਕੇਅਰ but gradually we'll start doing the regular procedures. It is an essential service, of course, but the thing is that dentists are at the most risk at this time because it's a droplet infection and ਅਸੀਂ ਬਹੁਤ close ਹੁੰਦੇ ਆ mouth ਦੇ so we are more prone to the infection. So that's why ਜੇ ਹੁਣ ਵੀ ਅਸੀਂ open ਕੀਤਾ then we have to take care that we have proper PPE kits and then whatever patients we see the emergency ਜੋ ਵੀ ਅਸੀਂ ਕਰ ਰਹੇ ਹਾਂ ਸਭ ਪ੍ਰੋਪਰ ਗਾਊਨ ਮਾਸਕ ਸਭ ਕੁਝ ਸਾਡੇ ਕੋਲ ਹੋਣਾ ਚਾਹੀਦਾ ਤਾਂ ਹੀ ਅਸੀਂ ਕਰ ਸਕਦੇ ਹਾਂ ਨਹੀਂ ਤਾਂ ਅਸੀਂ ਆਪਣੇ ਆਪ ਨੂੰ ਵੀ ਰਿਸਕ ਤੇ ਡਾਲ ਰਹੇ ਹਾਂ ਤੇ ਆਪਣੇ ਪੇਸ਼ੈਂਟਸ ਨੂੰ ਵੀ ਰਿਸਕ ਤੇ ਡਾਲ ਰਹੇ ਹਾਂ ਡਾਕਟਰ ਐਜ਼ ਆਈ ਸੈਡ ਕਿ ਆਪਾਂ ਨੂੰ ਸਾਡੀ ਫਿਜ਼ੀਕਲ ਮੈਂਟਲ ਹੈਲਥ ਦੇ ਨਾਲ ਆਪਣੀ ਓਰਲ ਹੈਲਥ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਅਸੀਂ ਬਹੁਤ ਘੱਟ ਕਰਦੇ ਹੈਗੇ ਆ ਸੋ ਅਵੇਅਰਨੈਸ ਕਿਤੇ ਨਾ ਕਿਤੇ ਲੈਕ ਆਫ ਅਵੇਅਰਨੈਸ ਹੈ ਮੈਨੂੰ ਲੱਗਦਾ ਸੋ ਡਿਵੈਲਪਡ ਕੰਟਰੀਜ਼ ਦੇ ਵਿੱਚ ਤੇ ਜਿਹੜੀਆਂ ਡਿਵੈਲਪ ਨਹੀਂ ਹੈਗੀਆਂ ਕੰਟਰੀਜ਼ ਉਹਨਾਂ ਦੇ ਵਿੱਚ ਅਵੇਅਰਨੈਸ ਦੀ ਘਾਟ ਹੈਗੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਡਿਫਰੈਂਸ ਹੈਗਾ ਇਹਦੇ ਵਿੱਚ ਜੀ ਇਹ ਦੈਟਸ ਕਰੈਕਟ ਟੂ ਸੇ ਕਿ ਜਿਹੜੀਆਂ ਡਿਵੈਲਪਿੰਗ ਨੇਸ਼ਨਸ ਨੇ ਉਹਨਾਂ ਵਿੱਚ ਇੰਨੀ ਅਵੇਅਰਨੈਸ ਨਹੀਂ ਗੀ ਡਿਵੈਲਪ ਨੇਸ਼ਨਸ 'ਚ ਜ਼ਿਆਦਾ ਹੈ one point being ਕਿ ਇੱਥੇ ਕਾਫੀ ਲੋਕਾਂ ਕੋਲ ਡੈਂਟਲ ਇੰਸ਼ੋਰੈਂਸ ਹੈ so when you have it you pay premiums ਤਾਂ ਲੋਕ ਕਹਿੰਦੇ ਕਿ ਕਿਉਂ ਨਾ ਜਾਇਆ ਜਾਵੇ dentist ਕੋ and then just get the regular checkups done and it's very important that you get your regular checkups done ਕਿਉਂਕਿ ਸਾਨੂੰ so we don't take it seriously but body ਦੀਆਂ ਜਿਹੜੀਆਂ ਸਾਡੀਆਂ ਬਾਕੀ diseases ਨੇ ਜਿਹੜੀਆਂ ਵੀ systemic diseases ਨੇ ਉਹਨਾਂ ਦਾ ਜਿਹੜਾ ਫਰਸਟ ਸਾਈਨ ਜਾਂ ਸਿੰਪਟਮ ਹੁੰਦਾ ਸਭ ਤੋਂ ਪਹਿਲਾਂ ਉਹ ਮੂੰਹ ਵਿੱਚ ਹੁੰਦਾ ਵੈ ਸੋ ਇੱਕ ਡੈਂਟਿਸਟ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਸਕਦਾ ਜੇ ਤੁਹਾਨੂੰ ਬੋਡੀ ਦਾ ਕੋਈ ਹੋਰ ਵੀ ਡਿਜ਼ੀਜ਼ ਹੈ ਤਾਂ ਇਹੀ ਜੇ ਤੁਸੀਂ ਰੈਗੂਲਰਲੀ ਡੈਂਟਿਸਟ ਕੋ ਜਾ ਰਹੇ ਹੋ ਤਾਂ ਹੀ ਉਹ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰ ਸਕਦਾ ਹੈ ਔਰ ਅਗਰ ਇਫ ਦੇਰ ਇਜ਼ ਐਨੀ ਅਦਰ ਸਿਸਟਮਿਕ ਡਿਜ਼ੀਜ਼ ਤਾਂ ਤੁਹਾਨੂੰ ਇੱਕ ਰਾਈਟ ਡਾਕਟਰ ਕੋਲ ਅੱਗੋਂ ਰੈਫਰ ਕਰ ਸਕਦਾ ਹੈ ਸੋ ਦੈਟ ਅਸੀਂ ਜਿੰਨੀ ਜਲਦੀ ਉਸ ਚੀਜ਼ ਦਾ ਟੇਕ ਕੇਅਰ ਕਰ ਲਈਏ ਉਨਾ ਹੀ ਬੈਟਰ ਹੈ ਸਾਡੇ ਲਈ because ਅਸੀਂ ਸੋਚਦੇ ਹਾਂ ਕਿ we brush our teeth in the morning and night time ਅਸੀਂ brush ਕਰ ਲੈਂਦੇ ਹਾਂ that's it ਇੰਨੀ ਅਸੀਂ ਕੇਅਰ ਕਰ ਲੈਂਦੇ ਹਾਂ ਇਹੀ ਇੰਪੋਰਟੈਂਟ ਹੈਗੀ ਹੈ ਤੇ ਸਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਹੈਗੀ ਪਰ ਜਦੋਂ ਅਸੀਂ ਡਾਈਟ ਦੀ ਗੱਲ ਕਰਦੇ ਹਾਂ ਤੇ then diet is not essential for only the body it's essential for your oral health as well so diet ਦਾ ਕੀ ਰੋਲ ਹੁੰਦਾ oral health ਦੇ ਵਿੱਚ yes so ਇੱਕ saying ਹੈ I would say ਕਿ you are what you eat So it's very important. Diet plays a very vital role in your oral health as well. If you eat more of the sugary foods, ਤੁਸੀਂ ਜ਼ਿਆਦਾ processed food ਖਾ ਰਹੇ ਹੋ, or ਤੁਸੀਂ fresh fruits, vegetables,
ਨਹੀਂ ਲੈ ਰਹੇ, ਤੁਸੀਂ ਤੁਹਾਡੀ ਬੋਡੀ 'ਚ ਵਿਟਾਮਿਨ ਮਿਨਰਲਸ ਦੀ ਡੈਫੀਸ਼ੀਐਂਸੀ ਹੈ, ਤਾਂ ਇਹ ਤੁਹਾਨੂੰ ਜਿਹੜੀਆਂ ਡੈਂਟਲ ਪ੍ਰੋਬਲਮਸ ਨੇ, ਜਿਹੜੀਆਂ ਗਮ ਡਿਜ਼ੀਜ਼ਸ ਹੈ, ਇਹਨਾਂ ਨੂੰ ਜ਼ਿਆਦਾ ਪ੍ਰੋਨ ਕਰ ਦਿੰਦਾ ਹੈ। So it's not just ਕਿ ਤੁਸੀਂ ਜੇ ਸਿਰਫ 2 ਵਾਰ ਬ੍ਰਸ਼ ਕਰ ਰਹੇ ਹੋ ਤਾਂ that is all you have to do. It's not. You have to have a good healthy lifestyle. ਤੁਸੀਂ ਇੱਕ balanced diet ਰੱਖੋ, ਆਪਣੀ diet ਦੇ ਵਿੱਚ proper amount of vitamins, minerals, protein, ਸਭ ਕੁਝ ਹੋਣਾ ਚਾਹੀਦਾ ਇੱਕ equal ratio ਦੇ ਵਿੱਚ, so that ਤੁਸੀਂ ਆਪਣੇ oral health ਨੂੰ ਵੀ maintain ਰੱਖ ਸਕੋ। ਜਿੱਦਾਂ ਹੁਣ ਅਸੀਂ ਓਰਲ ਹੈਲਥ ਦੀ ਗੱਲ ਕਰ ਰਹੇ ਹੈਗੇ ਆ, ਸੋ ਜਦੋਂ ਸਾਡੀ ਰੈਗੂਲਰ ਅਪਾਇੰਟਮੈਂਟ ਹੁੰਦੀ ਹੈ ਡਾਕਟਰ ਦੇ, ਸੋ ਸਮਟਾਈਮਸ ਮੰਥਲੀ ਅਸੀਂ ਚੈੱਕਅਪ ਦੇ ਲਈ ਜਾਂਦੇ ਆ, ਰੈਗੂਲਰ ਚੈੱਕਅਪ, ਸਮਟਾਈਮਸ 6 ਮੰਥਸ ਦੇ ਵਿੱਚ 1 ਵਾਰ ਜਾਂ 2 ਵਾਰ ਜਾਂਦੇ ਹੈਗੇ ਆ। ਸੋ ਡੈਂਟਲ ਦੀ ਅਪਾਇੰਟਮੈਂਟ ਹੁੰਦੀ ਹੈ, ਕਈ ਵਾਰ ਸਾਨੂੰ 1 ਸਾਲ ਬਾਅਦ ਆਉਂਦੀ ਹੈ, ਅਸੀਂ ਉਹ ਵੀ ਮਿਸ ਕਰ ਦਿੰਦੇ ਆ, ਚਲੋ ਕੋਈ ਨਹੀਂ ਫੇਰ ਚਲੇ ਜਾਵਾਂਗੇ, ਕਿਉਂਕਿ ਕਈ ਵਾਰ ਹੁੰਦਾ ਕਿ ਰੈਗੂਲਰ ਚੈੱਕਅਪ ਤੁਹਾਨੂੰ 1 ਸਾਲ ਦੀ ਡੇਟ ਆਉਂਦੀ ਹੈ। ਸਪੈਸ਼ਲੀ ਮੀ, ਇਫ ਆਈ ਐਮ ਟਾਕਿੰਗ ਅਬਾਊਟ ਮਾਈਸੈਲਫ, I had my appointment in January. I skipped it. Now it's lockdown happened and I didn't go, right? So ਜਦੋਂ ਇਦਾਂ ਰੋਲ ਕੀ ਹੈ, ਇੰਪੋਰਟੈਂਸ ਕੀ ਹੈ ਸਾਨੂੰ ਰੈਗੂਲਰ ਚੈੱਕਅਪਸ ਦੇ ਲਈ, ਕਦੋਂ ਜਾਣਾ ਚਾਹੀਦਾ ਹੈਗਾ ਫॉर ਡੈਂਟਲ? So I would suggest ਕਿ ਅਗਰ ਤਾਂ ਤੁਹਾਡੇ ਕੋਲ ਇੰਸ਼ੋਰੈਂਸ ਹੈ, ਕਿਉਂਕਿ of course ਕੈਨੇਡਾ ਦੇ ਵਿੱਚ ਡੈਂਟਲ it's expensive. Not everyone can go every 4 to 6 months and can get their treatment done. No. So if you have insurances, I would suggest you to go every 6 months at least. And ਜੇ ਤੁਸੀਂ ਕਿਸੇ ਗਮ ਡਿਜ਼ੀਜ਼ ਤੋਂ ਪੀੜਿਤ ਹੋ ਤਾਂ ਜਾਂ ਤੁਹਾਨੂੰ ਕੋਈ ਹੋਰ ਪ੍ਰੋਬਲਮ ਜਿਹੜੀ ਹੈ ਕ੍ਰੋਨਿਕਲੀ ਚੱਲ ਰਹੀ ਹੈ, ਤਾਂ ਉਹਦੇ ਲਈ ਤੁਸੀਂ ਹਰ 3 to 4 months ਦੇ ਵਿੱਚ ਚੈੱਕਅਪ ਕਰਵਾ ਕੇ ਆਓ, ਤਾਂ ਕਿ ਅਸੀਂ ਇੱਕ ਸਾਨੂੰ ਪਤਾ ਚੱਲਦਾ ਰਹੇ ਐਜ਼ ਅ ਡੈਂਟਿਸਟ ਤੁਹਾਨੂੰ ਵੀ ਕਿ ਹਾਊ ਯੂ ਆਰ ਡੂਇੰਗ, so we can just follow up on your treatment and how you are taking care of your health. Otherwise, if you don't have insurances, ਤਾਂ at least ਸਾਲ 'ਚ 1 ਵਾਰ proper full mouth checkup ਤੁਹਾਡਾ ਹੋਣਾ ਚਾਹੀਦਾ ਹੈ। ਕਿਉਂਕਿ as I told you before, it's not ਕਿ ਸਿਰਫ ਅਸੀਂ teeth related diseases ਤੁਹਾਨੂੰ ਦੱਸ ਸਕਦੇ ਹਾਂ, we can also diagnose if there's any other thing going on systemically in your body. So it's very important ਕਿ ਤੁਸੀਂ ਸਾਲ 'ਚ 1 ਵਾਰ ਨਹੀਂ ਤਾਂ ਸਾਲ 'ਚ 2 ਵਾਰ ਤਾਂ ਜ਼ਰੂਰ ਜਾਓ ਡੈਂਟਿਸਟ ਕੋਲ ਰੈਗੂਲਰ ਚੈੱਕਅਪ। ਬਿਲਕੁਲ, ਤੇ ਨਾਲ ਹੁਣ ਮੈਂ ਇੱਕ ਗੱਲ ਇੱਥੇ ਇੱਕ ਕੁਐਸਚਨ ਮੇਰੇ ਮਾਈਂਡ ਦੇ ਵਿੱਚ ਆ ਰਿਹਾ ਹੈਗਾ ਆ। ਸੋ ਵੈਨ ਵੀ ਗੋ ਟੂ ਆਵਰ ਓਲਡ ਜਨਰੇਸ਼ਨ ਪੀਪਲ, ਜਦੋਂ ਵੀ ਅਸੀਂ ਉਹਨਾਂ ਦੇ ਕੋਲ ਬੈਠਦੇ ਹੈਗੇ ਆ ਜਾਂ ਅਸੀਂ ਡਾਕਟਰਸ ਦੀ ਡੈਂਟਲ ਦੀ ਖਾਸ ਕਰਕੇ ਗੱਲ ਕਰਦੇ ਆ, ਦੇ ਆਰ ਲਾਈਕ ਓਕੇ ਤੁਸੀਂ ਹੋਮ ਰੈਮੇਡੀਜ਼ ਯੂਜ਼ ਕਰ ਸਕਦੇ ਹੈਗੇ ਆ ਫॉर ਡੈਂਟਲ, ਬਿਕਾਜ਼ ਜਦੋਂ ਕਲੀਨ ਕਰਦੇ ਆ ਤਾਂ ਤੁਹਾਡੇ ਦੰਦ ਘਸ ਜਾਂਦੇ ਆ ਜਾਂ ਹੋਰ ਵੀਕ ਹੋ ਜਾਂਦੇ ਆ। ਸੋ ਇਦਾਂ ਦੇ ਸੁਪਰਸਟੀਸ਼ਨਸ ਵੀ ਹੈਗੇ ਆ ਸਾਡੇ ਕੋਲ ਕਿ ਨਹੀਂ ਸਾਨੂੰ ਛੇਤੀ ਨਹੀਂ ਜਾਣਾ ਚਾਹੀਦਾ। ਸੋ ਇਦਾਂ ਦਾ ਕੁਝ ਹੁੰਦਾ ਹੈਗਾ ਨੈਚੁਰਲ ਦੇ ਵਿੱਚ? नहीं, ये एक जस्ट मिथ है, और मैंने बहुत अपने कह लो कि पंजाबी लोगां तो सब कोलों ਅਸੀਂ ਇਹੀ ਸੁਣਦੇ ਆ ਪੇਸ਼ੈਂਟਸ ਕੋਲੋਂ ਕਿ ਇੱਕ ਡਰ ਹੁੰਦਾ ਹੈ ਮਨ ਵਿੱਚ ਕਿ ਜੇ ਅਸੀਂ ਸਕੇਲਿੰਗ ਕਰਾਉਣ ਜਾਵਾਂਗੇ ਤਾਂ ਸਾਡੇ ਦੰਦ ਹਿਲ ਜਾਣਗੇ, ਕੱਸ ਜਾਣਗੇ। ਇਦਾਂ ਦਾ ਕੁਝ ਨਹੀਂ ਹੁੰਦਾ। ਵੈਸੇ ਵੀ ਜਦੋਂ ਸਕੇਲਿੰਗ ਕੀਤੀ ਜਾਂਦੀ ਹੈ ਤਾਂ ਜਿੰਨਾ ਵੀ ਬਿਲਡ ਅਪ ਹੁੰਦਾ ਦੰਦ ਦੇ ਅਰਾਊਂਡ, ਜਿੰਨਾ ਫੂਡ ਡਿਪੋਜ਼ਿਟ ਹੈ, ਸਭ ਕੁਝ ਹੈ, ਕਈ ਵਾਰ ਕੀ ਹੁੰਦਾ ਕਿ ਸਿਰਫ ਉਸ ਡਿਪੋਜ਼ਿਟ ਨੇ ਤੁਹਾਡੇ ਦੰਦ ਨੂੰ ਫੜਿਆ ਹੋਇਆ, ਥੱਲੇੋਂ ਦਾ ਜਿਹੜਾ ਸਾਰਾ ਗਮ ਹੈ ਉਹ ਪੂਰਾ ਰਿਸੀਡ ਕਰ ਚੁੱਕਾ ਹੋਇਆ, ਤਾਂ ਤੁਹਾਨੂੰ ਲੱਗਦਾ ਕਿ ਸਾਡੇ ਦੰਦ ਠੀਕ ਹੈ। ਪਰ ਜਦੋਂ ਹੀ ਅਸੀਂ ਉਹ ਜਿਹੜਾ ਪਲਾਕ ਹੈ ਉਹਨੂੰ ਕੱਢਿਆ ਤਾਂ ਜਿੰਨਾ ਕੈਲਕੂਲਸ ਹੈ, ਜੋ ਵੀ ਡਿਪੋਜ਼ਿਟ ਹੈ, ਉਹਨੂੰ ਕੱਢਿਆ ਤੇ ਦੰਦ ਹਿੱਲਣ ਲੱਗ ਪਿਆ, ਕਿਉਂਕਿ ਦੰਦ ਆਲਰੇਡੀ ਵੀਕ ਹੈ, ਉਹਦਾ ਜਿਹੜਾ ਗਮ ਹੈ ਉਹ ਰਿਸੀਡ ਕਰ ਚੁੱਕਾ ਹੋਇਆ। ਤਾਂ ਲੋਕਾਂ ਨੂੰ ਇਹ ਲੱਗਣ ਲੱਗ ਪੈਂਦਾ ਕਿ ਇਹ ਤਾਂ ਅਸੀਂ ਸਕੇਲਿੰਗ ਕਰਾਉਣ ਗਏ ਸੀਗੇ ਇਸ ਲਈ ਏਦਾਂ ਹੋ ਗਿਆ, ਪਰ ਏਦਾਂ ਨਹੀਂ ਹੁੰਦਾ। ਮੋਰਓਵਰ ਜਦੋਂ ਸਕੇਲਿੰਗ ਤੋਂ ਬਾਅਦ ਪੋਲਿਸ਼ਿੰਗ ਕੀਤੀ ਜਾਂਦੀ ਹੈ ਤਾਂ ਪੋਲਿਸ਼ਿੰਗ ਇਸੇ ਲਈ ਕੀਤੀ ਜਾਂਦੀ ਹੈ ਸੋ ਦੈਟ ਸਕੇਲਿੰਗ ਦੇ ਦੌਰਾਨ ਜੇ ਵੀ ਕੋਈ ਵੀ ਟੀਥ ਦੇ ਉੱਤੇ ਕੋਈ ਅਬਰੇਸ਼ਨ ਹੈ ਜਾਂ ਕੁਝ ਵੀ ਇੰਜਰੀ ਜੀ ਵੀ ਹੋ ਜਾਂਦੀ ਹੈ, ਉਹ ਸਾਰੀ ਸਮੂਦਨ ਆਊਟ ਹੋ ਜਾਵੇ ਔਰ ਉਸ ਤੋਂ ਬਾਅਦ ਕੋਈ ਵੀ ਡਿਪੋਜ਼ਿਟ ਉੱਤੇ ਚਿਪਕ ਨਾ ਪਾਵੇ ਇੰਨੀ ਜਲਦੀ। ਬਿਲਕੁਲ, ਤੇ ਨਾਲ ਜਦੋਂ ਅਸੀਂ ਟੀਥ ਵਾਈਟਨਿੰਗ ਦੀ ਗੱਲ ਕਰਦੇ ਆ ਜਾਂ ਹੋਰ ਕੁਝ ਗੱਲ ਕਰਦੇ ਹੈਗੇ, ਸੋ ਉਹਦੇ ਨਾਲ ਵੀ ਜਿਹੜਾ ਟੀਥ ਹੈਗੇ ਉਹ ਵੀਕ ਹੋਣ ਦਾ ਕੋਈ ਡਰ ਨਹੀਂ ਹੁੰਦਾ? ਨਹੀਂ, ਏਦਾਂ ਦਾ ਕੁਝ ਨਹੀਂ ਹੈ ਕਿ ਕੋਈ ਡਰ ਹੁੰਦਾ ਵਾ। It's all superstition. ਸੋ ਸਾਨੂੰ ਡਾਕਟਰਸ ਦੀ ਸਲਾਹ ਜਿਹੜੀ ਹੈ ਜ਼ਰੂਰ ਲੈਣੀ ਚਾਹੀਦੀ ਹੈ। ਸੋ ਵੀ ਹੈਵ ਟੂ ਗੋ, ਜਿਵੇਂ ਅਸੀਂ ਰੈਗੂਲਰ ਚੈੱਕਅਪ ਆਪਣਾ ਹੈਲਥ ਦਾ ਚੈੱਕਅਪ ਕਰਵਾਉਂਦੇ ਆ, ਫਿਜ਼ੀਕਲ ਚੈੱਕਅਪ ਕਰਵਾਉਂਦੇ ਆ, ਉਹ ਸਾਨੂੰ ਓਰਲ ਚੈੱਕਅਪ ਵੀ ਜਿਹੜਾ ਹੈਗਾ ਉਹ ਕਰਨਾ ਚਾਹੀਦਾ, ਅਪਾਇੰਟਮੈਂਟਸ ਨੂੰ ਮੰਨ ਲੈਣਾ ਚਾਹੀਦਾ। ਜੀ ਐਂਡ ਔਰ ਇੱਕ ਡੈਂਟਿਸਟ ਦੀ ਸਲਾਹ ਲੈਣ ਤੋਂ ਬਗੈਰ ਖੁਦ ਕੋਈ ਵੀ ਟ੍ਰੀਟਮੈਂਟ ਜਾਂ ਖੁਦ ਕੋਈ ਵੀ ਪ੍ਰੋਡਕਟ ਯੂਜ਼ ਨਹੀਂ ਕਰਨਾ ਚਾਹੀਦਾ। ਉਹ ਤੁਹਾਨੂੰ ਹਾਰਮ ਜ਼ਿਆਦਾ ਕਰੇਗਾ, ਬੈਨੀਫਿਟ ਘੱਟ ਕਰੇਗਾ। ਜਿਵੇਂ ਅੱਜ ਕੱਲ ਆਈ ਸੀ ਕਿ ਆਨਲਾਈਨ ਵੀ ਕਾਫੀ ਡੂ ਇਟ ਯੋਰਸੈਲਫ ਥਿੰਗਸ ਕਮ ਅਪ, ਰਾਈਟ, ਦੈਟ ਤੁਸੀਂ ਘਰ ਬੈਠੇ ਬੈਠੇ ਕਰ ਲਓ, ਘਰ ਬੈਠੇ ਬੈਠੇ। ਏਦਾਂ ਨਹੀਂ ਹੁੰਦਾ। ਜੇ ਏਦਾਂ ਹੁੰਦਾ ਤੇ ਡੈਂਟਿਸਟਰੀ ਦੀ ਪੜ੍ਹਾਈ ਕਿਉਂ ਹੁੰਦੀ?
same as the kids ਜੇ kids ਦੇ ਕੋਲ ਜੇ ਕਿਉਂਕਿ kids ਬਹੁਤ ਕੈਂਡੀਜ਼ ਖਾਂਦੇ ਹੈਗੇ ਆ ਬਹੁਤ ਜ਼ਿਆਦਾ ਜਿੱਦਾਂ ਹੁਣ ਪੌਪਸ ਕੰਜ਼ਿਊਮ ਕਰਦੇ ਹੈਗੇ ਆ ਸਮਟਾਈਮਸ ਉਹ ਲੇਜ਼ੀ ਹੋ ਜਾਂਦੇ ਆ 2 ਟਾਈਮਸ ਬ੍ਰਸ਼ ਨਹੀਂ ਕਰਦੇ ਦੇ ਲਾਈਕ ਕਿ ਪੇਰੈਂਟਸ ਨੂੰ ਉਹਨਾਂ ਨੂੰ ਲੈ ਕੇ ਜਾਣਾ ਪੈਂਦਾ ਸੋ ਉਹਨਾਂ ਦੀ ਅਪਾਇੰਟਮੈਂਟਸ ਕਿੰਨੀ ਜਲਦੀ ਹੋਣੀ ਚਾਹੀਦੀ ਹੈ So for them also, we recommend ke depending on ke बच्चे दी की age है 6 months to a year which appointment होनी चाहिए है बच्चे दी जे ज़्यादा छोटे है तो 1 साल से एक बार आओ तो see it's fine पर parents लिए बहुत important है to take care of what their children are eating so ਤੁਸੀਂ ਕੈਂਡੀਜ਼ ਦੇ ਰਹੇ ਹੋ ਉਹਨਾਂ ਨੂੰ ਸ਼ੂਗਰ ਫੂਡ ਦੇ ਰਹੇ ਹੋ ਤਾਂ ਆਫ ਕੋਰਸ ਉਹਨਾਂ ਦੇ ਦੰਦ ਖਰਾਬ ਹੋਣਗੇ ਹੀ ਹੋਣਗੇ ਔਰ ਜੇ ਤੁਹਾਡੇ ਮਿਲਕ ਟੀਥ ਖਰਾਬ ਹੋ ਰਿਹਾ ਤਾਂ देयर आर ਚਾਂਸਸ ਕਿ ਜਿਹੜੇ ਤੁਹਾਡੇ ਪਰਮਨੈਂਟ ਟੀਥ ਹੈ ਉਹ ਵੀ ਇਫੈਕਟ ਹੋ ਸਕਦੇ ਹੁੰਦੇ ਆ ਕਈ ਵਾਰ ਸੋ ਇਟਸ ਵੈਰੀ ਇੰਪੋਰਟੈਂਟ ਫॉर द पेरेंट्स टू वॉच आउट व्हाट द किड्स आर ईटिंग ਤੁਸੀਂ ਉਹਨਾਂ ਨੂੰ ਹੈਲਥ ਅਗਰ ਉਹਨਾਂ ਨੇ ਸਨੈਕਿੰਗ ਕਰਨੀ ਹੈ ਤਾਂ ਗਿਵ them nuts give them fresh fruit or any raw vegetables or so anything which is healthier for them ਔਰ ਉਹ ਉਹਨਾਂ ਲਈ ਬੋਡੀ ਲਈ ਵੀ ਹੈਲਦੀ ਹੈ ਔਰ ਉਹਨਾਂ ਦੇ ਓਰਲ ਕੈਵਿਟੀ ਲਈ ਵੀ ਹੈਲਦੀ ਹੈ ਐਬਸੋਲੂਟਲੀ ਕਿ ਜੋ ਅਸੀਂ ਖਾਂਦੇ ਆ ਉਹਨਾਂ ਦਾ ਸਭ ਤੋਂ ਪਹਿਲਾ ਅਸਰ ਤਾਂ ਸਾਡੇ ਟੀਥ ਤੇ ਪੈਂਦਾ ਤੇ ਬਾਅਦ ਵਿੱਚ ਸਾਡੀ ਬੋਡੀ ਦੇ ਵਿੱਚ ਕੰਜ਼ਿਊਮ ਹੁੰਦੇ ਆ ਸੋ ਡਾਕਟਰ ਨਰੂਲਾ ਬਹੁਤ ਵਧੀਆ ਤੁਸੀਂ ਸਾਨੂੰ ਦੱਸ ਰਹੇ ਹੈਗੇ ਆ ਬਟ ਇਟਸ ਟਾਈਮ ਟੂ ਟੇਕ ਅ ਬ੍ਰੇਕ ਲਾ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਸ਼ੋਰ Welcome back after a short break. You are watching FYI Media ਤੇ ਅੱਜ ਕੱਲ ਬਾਤ ਹੋ ਰਹੀ ਹੈ ਡਾਕਟਰ ਉਪਮਾ ਨਰੂਲਾ ਦੇ ਨਾਲ ਜੋ ਕਿ ਡੈਂਟਿਸਟ ਨੇ ਓਨਟਾਰੀਓ ਵਾਟਰਲੂ ਤੋਂ ਨੇ ਤੇ ਨਾਲ ਉਹ ਸਾਨੂੰ ਦੱਸ ਰਹੇ ਨੇ ਕਿ ਸਾਨੂੰ ਦੰਦਾਂ ਦੀ ਦੇਖਭਾਲ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਸੋ ਡਾਕਟਰ ਨਰੂਲਾ ਬ੍ਰੇਕ ਤੋਂ ਪਹਿਲਾਂ ਵੀ ਡਿਸਕਸ ਅਬਾਊਟ ਕਿ ਬੱਚਿਆਂ ਦੇ ਵਿੱਚ ਜਿਹੜੇ ਟੀਥ ਹੈਗੇ ਆ ਉਹਨਾਂ ਨੂੰ ਕਿਵੇਂ ਕਿੰਨੇ ਟਾਈਮ ਬਾਅਦ ਅਪਾਇੰਟਮੈਂਟ ਬਣਾਉਣੀ ਚਾਹੀਦੀ ਹੈ ਕਿੰਨੇ ਟਾਈਮ ਬਾਅਦ ਡਾਕਟਰ ਵਿਜ਼ਿਟ ਕਰਨੀ ਚਾਹੀਦੀ ਹੈ ਪਰ ਨਾਓ ਇਟਸ ਕੇਸ ਆਫ ਐਮਰਜੈਂਸੀ ਕਿ ਹੁਣ ਐਮਰਜੈਂਸੀ ਆ ਗਈ ਹੈ ਤੁਹਾਨੂੰ ਐਂਡ ਨਾਓ COVID-19 ਕਰਕੇ ਕਲੀਨਿਕ ਵੀ ਕਲੋਜ਼ ਹੈਗੇ ਸੋ ਉਦੋਂ ਸਾਨੂੰ ਕੀ ਪ੍ਰੀਕਾਸ਼ਨਸ ਲੈਣੇ ਚਾਹੀਦੇ ਨੇ ਸੋ ਜੇ ਤਾਂ ਦੇਖੋ ਕੁਝ ਤਰ੍ਹਾਂ ਦੀਆਂ ਐਮਰਜੈਂਸੀਜ਼ ਨੇ ਜਿਹੜੇ ਡੈਂਟਿਸਟ ਕੈਨ ਟੇਕ ਕੇਅਰ ਆਫ them over the phone so you can just call your dentist or you can do a Skype call ਅੱਜਕੱਲ ਕਾਫੀ ਡੈਂਟਿਸਟ ਟੈਲੀਡੈਂਟਿਸਟਰੀ ਕਰ ਰਹੇ ਨੇ so they can prescribe you medicines ਅਗਰ ਉਹ ਠੀਕ ਹੋਣ ਵਾਲਾ ਮੈਡੀਸਨ ਦੇ ਨਾਲ and then that can be taken care of if not then there are many dentists ਜਿਹੜੇ clinics ਹਲੇ ਵੀ open ਕਰ ਰਹੇ for emergency purposes just to relieve the pain if you are in like extreme pain ਕੋਈ medication ਦਾ ਉੱਤੇ effect ਨਹੀਂ ਪੈ ਰਿਹਾ ਤਾਂ ਫਿਰ ਉਹਦੇ ਲਈ dentists are doing procedures so just the emergency so you can just contact your dentist and ask them ke jo bhi thodi problem hai can it be taken care over the phone or they have to come to the office and then utthe ਉਹਨਾਂ ਦੀ treatment ਕੀਤੀ ਜਾਏਗੀ ਪਰ I would say ke at this point it's very important that now is the time you take care of your diet so that nothing actually happens to you and you take care ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ oral hygiene maintain ਰੱਖ ਸਕੋ so that ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਆਵੇ ਹੀ ਨਾ ਕਿ ਤੁਹਾਨੂੰ ਐਮਰਜੈਂਸੀ ਵਿੱਚ ਡੈਂਟਿਸਟ ਕੋ ਜਾਣਾ ਪਵੇ ਜਿੱਦਾਂ ਹੁਣ ਹੈਲਥੀ ਰੱਖਣ ਦੇ ਲਈ ਤੁਸੀਂ ਕਿਹਾ ਕਿ ਸਾਨੂੰ ਹੈਲਥੀ ਰੱਖਣੇ ਚਾਹੀਦੇ ਆ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ ਆਪਣੇ ਦੰਦਾਂ ਨੂੰ ਹੈਲਥੀ ਰੱਖਣ ਦੇ ਲਈ ਜੀ ਸੋ ਪਹਿਲਾਂ ਤਾਂ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ 2 ਵਾਰ ਬ੍ਰਸ਼ ਕਰੋ ਐਜ਼ ਆਲ ਦ ਡੈਂਟਿਸਟ ਸੇ ਬ੍ਰਸ਼ ਕਰੋ ਇੱਕ ਸੌਫਟ ਬ੍ਰਿਸਲ ਟੂਥਬ੍ਰਸ਼ ਦੇ ਨਾਲ ਨਾਟ ਵੈਰੀ ਹਾਰਡ ਕਿਉਂਕਿ ਉਹ ਤੁਹਾਡੇ ਦੰਦ ਲਈ ਹਾਰਮਫੁਲ ਹੁੰਦਾ ਹੈ ਐਂਡ ਦੈਨ ਯੂ ਫਲੌਸ twice again ਜਿਵੇਂ ਸਭ ਕਹਿੰਦੇ ਆ there is another very important part in oral hygiene which is tongue scraping ਔਰ ਬਹੁਤ ਲੋਕ ਇਹ ਚੀਜ਼ ਨੂੰ important ਨਹੀਂ ਮੰਨਦੇ ਪਰ it is ਕਿਉਂਕਿ ਜੇ ਤੁਹਾਡੀ ਟੰਗ ਪ੍ਰੋਪਰਲੀ ਕਲੀਨ ਨਹੀਂ ਹੈ ਔਰ ਤੁਸੀਂ ਉਹਦੇ ਉੱਤੋਂ ਦੀ ਖਾ ਪੀ ਰਹੇ ਹੋ ਤਾਂ ਇੱਕ ਰੀਸੈਂਟ ਸਟੱਡੀਜ਼ ਹੋਈਆਂ ਜਿਹਦੇ ਵਿੱਚ ਆਇਆ ਕਿ ਉਹ ਸਭ ਜਿਹੜਾ can lead to heart diseases it can lead to heart attacks in future so it's very important you scrape off your tongue every time you eat or maybe just every time you brush make it a habit that you brush you floss you scrape off your tongue then you use your mouthwash and your full oral hygiene routine is done for the day so same ਤੁਸੀਂ ਕਰੋ morning ਵਿੱਚ same ਤੁਸੀਂ ਕਰੋ night time and ਅਗਰ ਤੁਸੀਂ ਦਿਨ ਦੇ ਵਿੱਚ regular sticky foods ਖਾ ਰਹੇ ਹੋ ਜਾਂ ਫਿਰ ਤੁਸੀਂ ਕੁਝ sugary ਪੀ ਰਹੇ ਹੋ ਖਾ ਰਹੇ ਹੋ ਤਾਂ it's very important you rinse your mouth afterwards so that ਉਹ ਜਿਹੜੀ ਕੁਝ ਵੀ ਚੀਜ਼ ਹੈ ਉਹ stick ਨਾ ਕਰ ਜਾਵੇ ਉਹਦੇ ਵਿੱਚ ਦੰਦਾਂ ਦੇ ਕਿਉਂਕਿ ਜੋ stick ਕਰ ਜਾਏਗੀ ਤਾਂ then it can lead to dental caries and then ਫਿਰ ਤੁਹਾਨੂੰ problem ਹੋਏਗੀ pain ਹੋਏਗੀ fillings ਕਰਵਾਉਣੀਆਂ ਪੈਣਗੀਆਂ
ਬਿਲਕੁਲ ਤੇ ਨਾਲ ਹੁਣ ਇੱਕ ਕੁਐਸਚਨ ਇਦਾਂ ਆਉਂਦਾ ਹੈ ਕਿ ਸਮਟਾਈਮਸ ਤੁਹਾਨੂੰ ਦੇਖਣ ਨੂੰ ਲੱਗਦਾ ਹੁੰਦਾ ਕਿ ਤੁਹਾਡੇ ਦੰਦ ਹੈਲਥੀ ਹੈਗੇ ਆ, ਠੀਕ ਹੈਗੇ ਆ, ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈਗੀ, ਪਰ ਸਮਟਾਈਮ ਵੈਨ ਯੂ ਬ੍ਰਸ਼ ਬਲੀਡ ਕਰਦੇ ਹੈਗੇ ਆ ਤੁਹਾਡੇ ਦੰਦ, ਸੋ ਉਹ ਕਿੰਨਾ ਕੁ ਸਾਨੂੰ ਕੌਸ਼ੀਅਸ ਹੋਣਾ ਚਾਹੀਦਾ ਉਸ ਦੇ ਬਾਰੇ ਜੇ ਤੁਹਾਨੂੰ ਬ੍ਰਸ਼ ਕਰਦੇ ਸਮੇਂ ਬਲੀਡਿੰਗ ਹੋ ਰਹੀ ਹੈ ਤਾਂ? ਬਲੀਡਿੰਗ ਦੇਖੋ, ਇੱਕ ਤਾਂ ਹੁੰਦੀ ਹੈ ਕਿ ਬਲੀਡਿੰਗ ਹੋਈ ਕਿ ਤੁਸੀਂ ਸਿਰਫ ਕੁਝ ਇੱਕ ਅੱਧੇ ਸਪੌਟ ਤੋਂ ਹੋਈ, ਤੁਹਾਨੂੰ ਤੁਸੀਂ ਮੇਬੀ ਟੂਥਬ੍ਰਸ਼ ਜ਼ਿਆਦਾ ਹਾਰਡ ਯੂਜ਼ ਕਰ ਲਿਆ ਔਰ ਤੁਹਾਨੂੰ ਉੱਥੋਂ ਇੱਕ ਅੱਧੀ ਵਾਰ ਬਲੀਡਿੰਗ ਹੋਈ, that is fine। ਪਰ ਜੇ ਤੁਹਾਨੂੰ ਰੈਗੂਲਰ ਬਲੀਡਿੰਗ ਹੋ ਰਹੀ ਹੈ ਔਰ ਸਪੈਸ਼ਲੀ ਵੈਨ ਯੂ ਆਰ ਫਲੋਸਿੰਗ ਤੁਹਾਨੂੰ ਉਦੋਂ ਬਲੀਡਿੰਗ ਹੋ ਰਹੀ ਹੈ, then that is the first sign ਕਿ ਤੁਹਾਨੂੰ ਹੁਣ ਕੋਈ ਡੈਂਟਲ ਡਿਜ਼ੀਜ਼ ਸ਼ੁਰੂ ਹੋ ਰਿਹਾ ਹੈ। ਸੋ ਇਟ ਕੈਨ ਬੀ ਅ ਗਮ ਡਿਜ਼ੀਜ਼ ਔਰ ਇਟ ਕੈਨ ਬੀ ਕਿ ਤੁਹਾਨੂੰ ਜਿਵੇਂ ਲੇਮੈਨ ਟਰਮ ਚ ਕਹਿੰਦੇ ਆ ਸੀ ਕਿ ਦੰਦਾਂ ਨੂੰ ਕੀੜਾ ਲੱਗ ਰਿਹਾ, ਮਤਲਬ ਉਹ ਪ੍ਰੋਸੈਸ ਸ਼ੁਰੂ ਹੋ ਰਹੀ ਹੈ। ਸੋ ਨਾਓ ਇਜ਼ ਦ ਟਾਈਮ ਕਿ ਯੂ ਸ਼ੁਡ ਗੋ ਟੂ ਯੋਰ ਡੈਂਟਿਸਟ ਐਂਡ ਗੈਟ ਯੋਰਸੈਲਫ ਚੈਕਡ। ਸੋ ਜੇ ਹੁਣ ਤੁਸੀਂ ਕੀੜੇ ਦੀ ਗੱਲ ਕੀਤੀ ਹੈਗੀ ਕਿ ਤੁਹਾਡੇ ਦੰਦ ਨੂੰ ਕੀੜਾ ਲੱਗ ਰਿਹਾ ਹੈਗਾ ਹੈ, ਸੋ ਸਮਟਾਈਮਸ देयर इज ਬਲੈਕ ਸਪੌਟਸ ਔਨ ਯੂਰ ਟੀਥ, ਸੋ ਸਮਟਾਈਮਸ ਉਹ ਛੋਟੇ ਹੁੰਦੇ ਆ, ਆਪਾਂ ਕੇਅਰ ਨਹੀਂ ਕਰਦੇ ਹੈਗੇ, ਸੋ ਬਿਲਕੁਲ ਥੋੜੇ ਤੋਂ ਚਲੋ ਤਾਂ ਸਾਨੂੰ ਡਾਕਟਰ ਦੇ ਕੋਲ ਤਾਂ ਜਾਣਾ ਚਾਹੀਦਾ, ਪਰ ਸਾਨੂੰ ਘਰ ਦੇ ਵਿੱਚ ਕੀ ਧਿਆਨ ਰੱਖਣਾ ਚਾਹੀਦਾ ਹੈਗਾ? ਸੇਮ ਜਿਹੜਾ ਰੂਟੀਨ ਹੈਗਾ ਉਹੀ ਫੋਲੋ ਕਰਨਾ ਚਾਹੀਦਾ ਹੈ ਔਰ ਵੀ ਹੈਵ ਟੂ ਡੂ ਸਮਥਿੰਗ ਐਲਸ? ਨਹੀਂ ਸੋ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੀ ਪ੍ਰੋਸੈਸ ਹੁੰਦੀ ਹੈ ਕੇਰੀਜ਼ ਦੀ, ਮਤਲਬ ਜਦੋਂ ਕਹਿ ਲਓ ਕਿ ਪ੍ਰੋਗਰੈਸ਼ਨ ਹੁੰਦੀ ਹੈ ਡਿਜ਼ੀਜ਼ ਦੀ, ਉਹ ਕਈ ਵਾਰ ਸਟਾਪ ਵੀ ਹੋ ਜਾਂਦੀ ਹੈ। ਉਹ ਐਵੇਂ ਕਿ ਤੁਸੀਂ ਆਪਣੀ ਡਾਈਟ ਵੱਲ ਧਿਆਨ ਰੱਖੋ, ਆਪਣੀ ਓਰਲ ਹਾਈਜੀਨ ਮੇਨਟੇਨ ਰੱਖੋ, ਰੈਗੂਲਰ ਇੰਟਰਵਲਸ ਤੇ ਆਪਣੀ ਡੈਂਟਿਸਟ ਕੋ ਜਾ ਕੇ ਸਕੇਲਿੰਗਸ ਕਰਵਾਉਂਦੇ ਰਹੋ, ਉਹਦਾ ਰੈਗੂਲਰ ਚੈੱਕਅਪ ਕਰਵਾਉਂਦੇ ਰਹੋ ਕਿ ਉਹ ਵੱਧ ਤਾਂ ਨਹੀਂ ਰਹੀ, ਕਿਉਂਕਿ ਇੱਥੇ ਵੀ ਕੈਨੇਡਾ ਵਿੱਚ ਵੀ ਇੱਕ ਸਰਟਨ ਟਾਈਮ ਤੋਂ ਬਾਅਦ ਹੀ ਅਸੀਂ ਇਹਨੂੰ ਫਿਲ ਕਰਦੇ ਹਾਂ। ਸੋ ਇਟਸ ਨਾਟ ਦੈਟ ਕਿ ਹਲਕੀ ਜੀ ਡਾਟ ਐਂਡ ਦੈਨ ਵੀ ਗੋ ਐਂਡ ਫਿਲ ਇਟ, ਏਦਾਂ ਨਹੀਂ ਹੁੰਦਾ। ਸੋ ਐਂਡ ਦੈਨ ਆਲਸੋ ਜੇ ਤੁਹਾਨੂੰ ਏਦਾਂ ਲੱਗ ਰਿਹਾ ਤਾਂ ਤੁਸੀਂ ਫਲੋਰਾਈਡ ਟੂਥਪੇਸਟ ਯੂਜ਼ ਕਰੋ, ਇਟਸ ਵੈਰੀ ਅਸੈਂਸ਼ੀਅਲ ਇਨ ਰੀਜਨਰੇਸ਼ਨ। ਉਹਦੇ ਨਾਲ ਥੋੜੀ ਟੂਥ ਦੀ ਜਿਹੜੀ ਪ੍ਰੋਬਲਮ ਹੈ ਉਹ ਠੀਕ ਹੋ ਜਾਂਦੀ ਹੈ ਜੇ ਤੁਸੀਂ ਬਾਕੀ ਸਾਰੇ ਫੈਕਟਰਸ ਦਾ ਟੇਕ ਕੇਅਰ ਕਰ ਰਹੇ ਹੋ। ਸੋ ਐਵਰੀਥਿੰਗ ਗੋਜ਼ ਹੈਂਡ ਇਨ ਹੈਂਡ, ਇਹ ਨਹੀਂ ਕਿ ਤੁਸੀਂ ਇੱਕ ਚੀਜ਼ ਕਰ ਰਹੇ ਹੋ, ਤੁਸੀਂ ਬ੍ਰਸ਼ਿੰਗ ਪ੍ਰੋਪਰਲੀ ਕਰ ਰਹੇ ਹੋ ਪਰ ਤੁਸੀਂ ਖਾ ਪੀ ਠੀਕ ਨਹੀਂ ਰਹੇ, then again the result is going to be the same। ਸੋ ਤੁਸੀਂ ਟੂਥਪੇਸਟ ਦੀ ਗੱਲ ਕੀਤੀ ਹੈ ਇੱਥੇ ਡਾਕਟਰ ਨਰੂਲਾ ਕਿ ਟੂਥਪੇਸਟ ਸਾਨੂੰ ਇਸ ਤਰ੍ਹਾਂ ਦਾ ਯੂਜ਼ ਕਰਨਾ ਚਾਹੀਦਾ ਆ, ਸੋ ਮੈਂ ਕਿਤੇ ਸੁਣਿਆ ਸੀਗਾ ਕਿ ਜਦੋਂ ਅਸੀਂ ਇੰਡੀਆ ਦੇ ਵਿੱਚ ਹੁੰਦੇ ਆ ਜਾਂ ਅਸੀਂ ਕਿਸੇ ਹੋਰ ਕੰਟਰੀਜ਼ ਦੇ ਵਿੱਚ ਹੁੰਦੇ ਆ ਉੱਥੇ ਟੂਥਪੇਸਟ ਦੇ ਵਿੱਚ ਸਾਲਟ ਜ਼ਿਆਦਾ ਹੁੰਦਾ ਹੈ, ਇੱਥੇ ਸਾਲਟ ਨਹੀਂ ਘੱਟ ਹੁੰਦਾ ਆ, ਸੋ ਕਿਹੜੀ ਟੂਥਪੇਸਟ ਸਾਨੂੰ ਯੂਜ਼ ਕਰਨੀ ਚਾਹੀਦੀ ਹੈ ਸਪੈਸ਼ਲੀ ਇਨ ਦ ਕੇਸ ਆਫ ਕਿਡਸ? Especially in the case of kids, see, जी actually kids ਲਈ depending on ਕਿ ਪਹਿਲਾਂ ਤਾਂ ਤੁਹਾਡਾ ਉਸ ਏਰੀਆ ਦਾ ਫਲੋਰਾਈਡ ਲੈਵਲ ਕੀ ਹੈ। ਜੇ ਤਾਂ ਫਲੋਰਾਈਡ ਲੈਵਲ ਤੁਹਾਨੂੰ ਲੱਗਦਾ ਕਿ ਘੱਟ ਹੈ ਜਾਂ ਬੱਚਾ ਜ਼ਿਆਦਾ ਪ੍ਰੋਨ ਹੈ ਕਿ ਉਹਦੇ ਕੇਰੀਜ਼ ਹੋ ਰਹੀਆਂ ਜਾਂ ਉਹਦੇ ਦੰਦ ਖਰਾਬ ਹੋ ਰਿਹਾ ਤਾਂ ਫਲੋਰਾਈਡ ਟੂਥਪੇਸਟ ਯੂਜ਼ ਕਰੋ, ਅਦਰਵਾਈਜ਼ ਕੋਈ ਵੀ ਨਾਰਮਲ ਪੇਸਟ ਬਟ ਪੀ ਸਾਈਜ਼ਡ ਪੇਸਟ। ਔਰ ਬਾਕੀ ਤਾਂ ਦੇਖੋ ਜਿੰਨੇ ਵੀ ਇੱਕ ਤਰ੍ਹਾਂ ਦੀ ਇਹ ਬ੍ਰਾਂਡਿੰਗ ਐਡਵਰਟਾਈਜ਼ਮੈਂਟ ਹੁੰਦੀ ਹੈ ਕਿ ਤੁਸੀਂ ਇਸ ਟੂਥਪੇਸਟ ਦੇ ਵਿੱਚ ਨਮਕ ਹੈ, ਇਸ ਟੂਥਪੇਸਟ ਵਿੱਚ ਹੈ, ਸੋ ਯੂ ਯੂਜ਼ ਇਟ, but it's just the way you use it। and then sometimes ਕੁਝ ਇੰਗਰੀਡੀਐਂਟਸ ਹੁੰਦੇ ਆ ਕਿ ਕੁਝ ਸਿਚੁਏਸ਼ਨਸ ਲਈ ਚਾਹੀਦੇ ਹੁੰਦੇ ਆ, ਅਦਰ ਦੈਨ ਦੈਟ ਤੁਸੀਂ ਨਾਰਮਲ ਟੂਥਪੇਸਟ ਕਰ ਰਹੇ ਹੋ, ਤੁਸੀਂ ਉਹਨੂੰ ਪ੍ਰੋਪਰਲੀ ਯੂਜ਼ ਕਰ ਰਹੇ ਹੋ, ਇਟ ਸ਼ੁੱਡ ਬੀ ਫਾਈਨ। ਮੈਂ ਇਹ ਕਹਿਣਾ ਚਾਹੁੰਦੀ ਸੀ ਕਿਉਂਕਿ ਜਦੋਂ ਅਸੀਂ ਬੱਚਿਆਂ ਦੀ ਟੂਥਪੇਸਟ ਦੀ ਗੱਲ ਕਰ ਰਹੇ ਹੈਗੇ ਆ, ਬੱਚਿਆਂ ਨੂੰ ਕਿੰਨੇ ਅਮਾਉਂਟ ਜਿਹੜਾ ਦੇਣਾ ਚਾਹੀਦਾ ਹੈਗਾ, ਕਿਉਂਕਿ ਛੋਟੇ ਬੱਚਿਆਂ ਨੂੰ ਤੁਸੀਂ ਜਦੋਂ ਹੀ ਉਹਦੇ ਟੀਥ ਆਉਂਦੇ ਆ ਉਦੋਂ ਹੀ ਤੁਸੀਂ ਉਹਨੂੰ ਬ੍ਰਸ਼ਿੰਗ ਦੀ ਆਦਤ ਪਾਉਣੀ ਚਾਹੀਦੀ ਹੈਗੀ ਹੈ। ਸੋ ਮੈਂ ਕਿਤੇ ਸੁਣਿਆ ਸੀ ਕਿ ਉਹਨਾਂ ਨੂੰ ਬਹੁਤ ਛੋਟਾ ਅਮਾਉਂਟ ਤੁਸੀਂ ਟੂਥਪੇਸਟ ਦਾ ਦੇਣਾ ਹੈ ਤੇ ਜਿੰਨਾ ਟਾਈਮ ਉਹ ਵੱਡੇ ਨਹੀਂ ਹੁੰਦੇ ਹੈਗੇ, ਬਿਲਕੁਲ ਇੱਕ ਡਾਟ ਜਿੱਦਾਂ ਇੱਕ ਕਹਿ ਦੋ ਬੀਨ ਦਾ ਦਾਣਾ ਹੈਗਾ, ਉਹ ਤੋਂ ਵੀ ਛੋਟਾ ਜਿਹੜਾ ਅਮਾਉਂਟ ਤੁਹਾਨੂੰ ਦੇਣਾ ਚਾਹੀਦਾ ਹੈ। ਸੋ ਸਾਨੂੰ ਜ਼ਿਆਦਾ ਐਕਸੈਸ ਦੇ ਵਿੱਚ ਕਈ ਵਾਰ ਸਾਨੂੰ ਹੁੰਦਾ ਕਿ ਅਸੀਂ ਪੂਰੇ ਬ੍ਰਸ਼ ਦੇ ਉੱਤੇ ਪੇਸਟ ਲਗਾ ਕੇ ਬੱਚਿਆਂ ਨੂੰ ਖਵਾ ਦੇਈਦਾ ਕਿ ਸ਼ਾਇਦ ਇਹਦੇ ਨਾਲ ਹੀ ਇਹਦੇ ਬੱਚੇ ਦੰਦ ਠੀਕ ਰਹਿਣਗੇ, ਸੋ ਇਹ ਗਲਤ ਵੇ ਹੈਗਾ ਆ ਕਿ ਸਾਨੂੰ ਜਿੰਨੀ ਮਰਜ਼ੀ ਅਸੀਂ ਲਗਾ ਸਕਦੇ ਹਾਂ? ਨਹੀਂ ਇਹ ਬਿਲਕੁਲ ਗਲਤ ਵੇ ਹੈ। ਅਸੀਂ ਇਨ ਡੈਂਟਿਸਟਰੀ ਟਰਮਸ ਅਸੀਂ ਕਹਿੰਦੇ ਹਾਂ ਸਿਰਫ ਪੀ ਸਾਈਜ਼ਡ, ਮਤਲਬ ਜਿੰਨਾ ਕੁ ਮਟਰ ਦਾ ਦਾਣਾ ਹੈ ਉਹ ਤੋਂ ਵੀ ਘੱਟ ਤੁਸੀਂ ਬੱਚੇ ਨੂੰ ਦਿਓ, ਕਿਉਂਕਿ ਜ਼ਿਆਦਾ ਪੇਸਟ ਵੀ ਬੱਚਿਆਂ ਨੂੰ ਹਾਰਮ ਪਹੁੰਚਾ ਸਕਦੀ ਹੈ। ਕਈ ਵਾਰ ਉਹ ਟੌਕਸਿਸਿਟੀ ਕ੍ਰੀਏਟ ਕਰ ਸਕਦੀ ਹੈ ਬੱਚੇ ਦੀ ਬੋਡੀ ਵਿੱਚ। ਅਗਰ ਜਿਵੇਂ ਮੰਨ ਲਓ ਤੁਸੀਂ ਫਲੋਰਾਈਡ ਪੇਸਟ ਯੂਜ਼ ਕਰ ਰਹੇ ਹੋ ਤਾਂ ਉਹਦਾ ਇੱਕ there is a certain concentration ਕਿ ਤੁਸੀਂ ਇੰਨੇ ਤੱਕ ਹੀ ਦੇਣਾ ਹੈ, ਜੇ ਉਸ ਤੋਂ ਜ਼ਿਆਦਾ ਚਲੀ ਜਾਏਗੀ ਬੋਡੀ ਵਿੱਚ ਤਾਂ ਬੋਡੀ ਵਿੱਚ ਡਿਜ਼ੀਜ਼ ਕ੍ਰੀਏਟ ਕਰ ਦੇਗੀ, ਉਹਨਾਂ ਟੌਕਸਿਸਿਟੀ ਹੋ ਜਾਏਗੀ। ਜੀ ਬਿਲਕੁਲ, ਅਸੀਂ ਦੇਖਿਆ ਹੈ ਕਿ ਜਦੋਂ ਅਸੀਂ ਇੱਥੇ ਕੈਨੇਡਾ ਦੇ ਵਿੱਚ ਹੁੰਦੇ ਹੈਗੇ ਆ, ਸੋ ਇੱਥੇ ਬੱਚਿਆਂ ਦੇ ਜ਼ਿਆਦਾ ਸੌਫਟ ਹੁੰਦੇ ਆ ਟੀਥ ਇਨ ਕੰਪੇਅਰ ਟੂ ਜਿਹੜੇ ਬੱਚੇ ਇੰਡੀਆ ਦੇ ਵਿੱਚ ਬੋਰਨ ਹੋਏ ਹੁੰਦੇ ਆ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਬੋਰਨ ਹੋਏ ਹੁੰਦੇ ਆ। ਸੋ ਬੱਚਿਆਂ ਨੂੰ ਟੀਥ ਜਿਹੜੇ ਸਾਫ਼ ਰੱਖਣ ਦੇ ਲਈ ਸਾਨੂੰ ਕੀ ਕੁਝ ਪ੍ਰੀਕਾਸ਼ਨਸ ਲੈਣੇ ਚਾਹੀਦੇ ਨੇ? ਸੋ ਅਗੇਨ ਦ ਸੇਮ ਥਿੰਗ ਕਿ ਬੱਚਿਆਂ ਲਈ ਵੀ ਅਸੀਂ ਬ੍ਰਸ਼ਿੰਗ ਫਲੋਸਿੰਗ ਦੀ ਹੈਬਿਟ ਉਹਨਾਂ ਨੂੰ
ਸ਼ੁਰੂ ਤੋਂ ਹੀ ਡਾਲ ਰੱਖੀਏ ਕਿ ਜਦੋਂ ਵੀ ਤੁਸੀਂ ਬ੍ਰਸ਼ ਕਰਨਾ ਹੈ ਯੂ ਹੈਵ ਟੂ ਫਲॉस, ਯੂ ਹੈਵ ਟੂ ਯੂਜ਼ योर टंग स्क्रैपर और सब उदां ही स्टेप्स तुसी फॉलो करते रहो। उन्हां दी डाइट ते ध्यान दो। अगेन इट्स वेरी इंपॉर्टेंट कि तुसी उन्हां नू कुछ भी ज्यादा कैंडीज नहीं खवाओ ते क्योंकि कैंडीज तुसी इत्थे खवाओ या इंडिया विच बच्चे खा रहे, अगेन द रिजल्ट इज गोना बी द सेम। सो अदर देन दैट देयर इज नथिंग के बहुत स्पेशल कि तुसी कुछ होर प्रिकॉशन लेनी है, जस्ट द नॉर्मल एंड देन कीप विजिटिंग योर डेंटिस्ट रेगुलरली। ਸੋ ਬੱਚਿਆਂ ਦੇ ਲਈ ਜਿਹੜਾ ਸਿਟਰਸ ਫੂਡ ਹੁੰਦਾ ਜਾਂ ਫਰੂਟ ਹੁੰਦੇ ਹੈਗੇ ਆ ਜਿਹੜੇ ਉਹ ਠੀਕ ਹੈਗੇ ਆ ਕਿ ਉਹ ਵੀ ਹਾਰਮਫੁਲ ਹੋ ਸਕਦੇ ਆ? ਸੋ ਸਿਟਰਸ ਫੂਡ ਨਾਟ ਜਸਟ ਬੱਚੇ ਪਰ ਈਵਨ ਫॉर द एडल्ट पीपल एज वेल, ਜਿੰਨਾ ਜ਼ਿਆਦਾ ਐਸਿਡਿਕ ਫੂਡ ਹੁੰਦਾ ਵਾ ਸਿਟਰਸ ਫੂਡ ਜਾਂ ਕੋਈ ਵੀ ਇਦਾਂ ਦਾ ਜਿਵੇਂ ਲੈਮਨਸ ਨੇ ਇਹ ਬਹੁਤ ਐਸਿਡਿਕ ਹੁੰਦੇ ਨੇ ਐਂਡ ਦੇ ਆਰ ਹਾਰਮਫੁਲ ਟੂ ਦ ਟੀਥ। ਸੋ ਤੁਸੀਂ ਇਹਨੂੰ ਸਰਟਨ ਅਮਾਉਂਟ ਤੱਕ ਹੀ ਕੰਜ਼ਿਊਮ ਕਰੋ, ਜ਼ਿਆਦਾ ਕਰੋਗੇ ਤਾਂ ਉਹ ਤੁਹਾਡੇ ਦੰਦਾਂ ਲਈ ਹਾਰਮਫੁਲ ਹੈ। ਡਾਕਟਰ ਨਰੂਲਾ, ਜਿੱਦਾਂ ਹੁਣ ਅਸੀਂ COVID-19 ਦੇ ਕਰਕੇ ਘਰਾਂ ਦੇ ਵਿੱਚ ਹੈਗੇ ਆ ਤਾਂ ਸਾਨੂੰ ਕੀ ਕੁਝ ਪ੍ਰੀਕਾਸ਼ਨਸ ਆਪਣੀ ਹੈਲਥ ਨੂੰ ਲੈ ਕੇ ਲੈਣੇ ਚਾਹੀਦੇ ਨੇ? So first of all, it's very important that you keep washing your hands quite often and then you use the sanitizer. बाहर उदो ही जाओ when it's actually required. यानी कि सिर्फ घूमन चले गए, घर बैठ के बोर हो रहे हैं, ऐसी बाहर चले गए घूमन, not that. And when you are going out, make sure you are wearing your mask. Mask is very important क्योंकि एक droplet infection है और अगर तुसी अपने आप नू मास्क नाल कवर रख दो तो तुसी अपने आप नू भी इन्फेक्शन नाल बचा रहे हो ते जेड़ा अगला बंदा तुसी जिन्ना गल कर रहे हो तुसी ओनू भी इन्फेक्शन तो प्रिवेंट कर रहे हो। बिकॉज यू डोंट नो समटाइम्स जेड़ा दूसरा बंदा है ओनू मे बी सिम्पटम्स नहीं है पर ओनू एक इन्फेक्शन हो गई है शुरू अंदरों, ट्रांजिएंट ਉਹਦੇ ਵਿੱਚ ਚੀਜ਼ਾਂ ਹੈ ਪਰ you don't know and he doesn't know. So you have to maintain a proper distance. Social distancing ਨੂੰ use ਕਰੋ, masks ਪਾਓ, gloves ਪਾਓ and don't keep on touching every surface, even cardboard है या plastic है, metal है, even our कड़ा। You have to make sure कि ਜਿਹੜਾ ਕੜਾ ਹੈ ਉਹ ਇੱਕ metal ਹੈ और metal surface ਤੇ ਵੀ कोरोना वायरस 3 दिन तक रह सकਦਾ ਹੈ। So it's very important ਕਿ ਜਦੋਂ ਤੁਸੀਂ ਹੱਥ ਧੋਂਦੇ ਹੋ ਜੇ ਤੁਸੀਂ ਕੜਾ ਪਾਇਆ ਤਾਂ ਕੜੇ ਨੂੰ ਵੀ properly wash ਕਰੋ ਜਾਂ ਜੇ ਤੁਸੀਂ ਬਾਹਰ ਜਾ ਰਹੇ ਹੋ ਕੜਾ ਉਤਾਰ ਕੇ ਜਾਓ ਜਾਂ ਉਹਨੂੰ ਉਹਦਾ ਵੀ ਧਿਆਨ ਰੱਖਣਾ ਹੈ। ਦੈਟਸ ਦ ਨਿਊ ਥਿੰਗ। ਮੇਰੀ ਬਹੁਤ ਡਾਕਟਰਸ ਦੇ ਨਾਲ ਗੱਲਬਾਤ ਹੁੰਦੀ ਹੈ ਪਰ ਇਹ ਨਵੀਂ ਗੱਲ ਮੈਂ ਸੁਣੀ ਹੈਗੀ ਹੈ ਜੇ ਤੁਹਾਡੇ ਕੜਾ ਪਾਇਆ ਤਾਂ ਉਹਨੂੰ ਵੀ ਤੁਸੀਂ ਧਿਆਨ ਨਾਲ ਤੁਸੀਂ ਲੈ ਕਿਉਂਕਿ 3 ਦਿਨ ਤੱਕ ਤੁਹਾਡੇ ਕੜੇ ਦੇ ਉੱਤੇ ਰਹਿ ਸਕਦੇ। ਸੋ और मैं ऐड करना चाहूंगी कि रिसेंटली देयर वाज अ केस इन न्यू जर्सी जिसदे विच एक अपने पंजाबी मुंडे दी इसलिए डेथ हुई क्योंकि he was washing his hands quite often at work but then उन्हें कड़ा पाया सी और कड़े नु he never took care of और उन्हें कोरोना इन्फेक्शन हो गई and then he got to know कि it's because he never cared about that metal surface he was carrying all the time। so it's very important कि तुसी उस चीज दा भी ध्यान दो। That's important to take care of everything you have। ਤੁਸੀਂ ਬਾਹਰ ਜਾਂਦੇ ਆ ਤਾਂ ਤੁਹਾਨੂੰ ਆਪਣੇ ਕੱਪੜਿਆਂ ਦੇ ਬਾਰੇ ਵੀ ਧਿਆਨ ਰੱਖਣਾ ਚਾਹੀਦਾ ਹੈ। ਸੋ ਡਾਕਟਰ ਨੂਰਲਾ ਬਹੁਤ ਵਧੀਆ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੱਤੀ ਹੈਗੀ ਹੈ ਕਿ ਸਾਨੂੰ ਆਪਣੇ ਦੰਦਾਂ ਦੀ ਟੇਕ ਕੇਅਰ ਕਿੱਦਾਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਇੰਪੋਰਟੈਂਟ ਪਾਰਟ ਹੈਗਾ ਹੈ ਪਰ ਅਸੀਂ ਕਿਤੇ ਨਾ ਕਿਤੇ ਇਹਨੂੰ ਮਿਸ ਕਰ ਜਾਂਦੇ ਹੈਗੇ ਇੰਨੀ ਇੰਪੋਰਟੈਂਸ ਨਹੀਂ ਦਿੰਦੇ ਜਿੰਨੀ ਅਸੀਂ ਬਾਕੀ ਬਾਡੀ ਪਾਰਟਸ ਨੂੰ ਦਿੰਦੇ ਹੈਗੇ। ਸੋ ਥੈਂਕ ਯੂ ਫॉर ਦ ਇਨਫੋਰਮੇਸ਼ਨ। ਹੋਪਫੁਲੀ ਅਸੀਂ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਵਿਦ ਸਮ ਮੋਰ ਕੁਐਸਚਨਸ ਤਾਂ ਕਿ ਅਸੀਂ ਆਨਸਰ ਲੈ ਸਕੀਏ। ਸੋ ਰਾਈਟ ਨਾਓ ਆਪਣਾ ਟਾਈਮ ਦੇਣ ਦੇ ਲਈ ਬਹੁਤ ਬਹੁਤ ਥੈਂਕ ਯੂ। Thank you for calling me। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਹੋਈ ਡਾਕਟਰ ਨਰੂਲਾ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਆਪਣੇ ਦੰਦਾਂ ਦੀ ਦੇਖਭਾਲ ਕਰਨੀ ਚਾਹੀਦੀ ਹੈਗੀ ਆ। ਓਰਲ ਹੈਲਥ ਸਾਡੇ ਲਈ ਉਨੀ ਹੀ ਇੰਪੋਰਟੈਂਟ ਹੈਗੀ ਹੈ ਜਿੰਨੀ ਕਿ ਸਾਡੇ ਲਈ ਫਿਜ਼ੀਕਲ ਤੇ ਮੈਂਟਲ ਹੈਲਥ ਹੈਗੀ ਆ। ਸੋ ਆਪਣੇ ਡਾਕਟਰ ਦੇ ਨਾਲ ਡੈਂਟਿਸਟ ਦੇ ਨਾਲ ਆਪਣੀ ਅਪੁਆਇੰਟਮੈਂਟ ਨੂੰ ਦੇਖਦੇ ਰਹੋ ਕਿ ਕਦੋਂ ਹੈਗੀ ਅਪੁਆਇੰਟਮੈਂਟ, ਫੋਲੋ ਕਰਦੇ ਰਹੋ ਉਹਨਾਂ ਦੇ ਗਾਈਡਲਾਈਨਸ ਕੀ ਕੁਝ ਕਹਿ ਰਹੇ ਨੇ ਦੰਦਾਂ ਦੀ ਦੇਖਭਾਲ ਦੇ ਲਈ। ਸਟੇ ਹੈਲਥੀ, ਸਟੇ ਸੇਫ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।